ਹੈਲੋ ਫਰੈਂਡਸ, ਵੈਲਕਮ ਟੂ ਇਨ ਹਾਈਫਾਈ ਜੀਕੇ ਗੁਰੂ ਜੀ। ਅੱਜ ਦੀ ਕਲਾਸ ਵਿੱਚ ਆਪਾਂ 1833 ਦਾ ਚਾਰਟਰ ਅਧਿਨਿਯਮ ਕਰਾਂਗੇ। ਅੱਜ ਦੀ ਕਲਾਸ ਸ਼ੁਰੂ ਕਰਨ ਤੋਂ ਪਹਿਲਾਂ ਆਪਾਂ ਜੋ ਕਿ ਪਿਛਲੀ ਕਲਾਸ ਵਿੱਚ ਪੜ੍ਹਿਆ ਸੀ 1813 ਦਾ ਚਾਰਟਰ ਅਧਿਨਿਯਮ, ਉਹਦੀ ਆਪਾਂ ਪਹਿਲਾਂ ਡਿਸਕਸ ਕਰਾਂਗੇ, ਜਿਹਦੇ ਨਾਲ ਕੀ ਹੈ ਤੁਹਾਨੂੰ ਇੱਕ ਤਾਂ ਤੁਹਾਡੀ ਰਿਵੀਜ਼ਨ ਹੋ ਜਾਊਗੀ, ਪਲੱਸ ਤੁਹਾਨੂੰ ਚੰਗੀ ਤਰ੍ਹਾਂ ਉਹ ਯਾਦ ਹੋ ਜਾਊਗਾ। ਤਾਂ ਆਪਾਂ ਦੇਖੀਏ ਕੀ ਮੁੱਖ ਵਿਸ਼ੇਸ਼ਤਾਵਾਂ ਸੀਗੀਆਂ 1813 ਦੇ ਚਾਰਟਰ ਅਧਿਨਿਯਮ ਦੀਆਂ। ਪਹਿਲੀ ਮੁੱਖ ਵਿਸ਼ੇਸ਼ਤਾ ਸੀਗੀ ਕਿ ਜਿਹੜੇ ਕੰਪਨੀ ਦਾ ਚਾਹ ਦਾ ਅਤੇ ਚੀਨ ਦਾ ਵਪਾਰ ਦਾ ਏਕਾਧਿਕਾਰ ਨੂੰ ਛੱਡ ਕੇ ਸਾਰੇ ਹੀ ਉਹਦੇ ਵਪਾਰ ਦੇ ਏਕਾਧਿਕਾਰ ਉਹ ਖਤਮ ਕਰ ਦਿੱਤੇ ਗਏ ਸੀ। ਦੂਜੀ ਮੁੱਖ ਵਿਸ਼ੇਸ਼ਤਾ ਦੀ ਗੱਲ ਕਰੀਏ ਤਾਂ ਕੀ ਸੀ, ਜਿਹੜੇ ਈਸਾਈ ਮਿਸ਼ਨਰੀ ਸੀਗੇ ਉਹਨਾਂ ਨੂੰ ਕੀ ਸੀ, ਭਾਰਤ ਵਿੱਚ ਆ ਕੇ ਆਪਣੇ ਧਰਮ ਦਾ ਪ੍ਰਚਾਰ ਅਤੇ ਪ੍ਰਸਾਰ ਕਰਨ ਦੀ ਪਰਮਿਸ਼ਨ ਮਿਲ ਗਈ ਸੀ। ਤੀਜੀ ਮੁੱਖ ਵਿਸ਼ੇਸ਼ਤਾ ਦੀ ਗੱਲ ਕਰੀਏ ਤਾਂ ਕੀ ਸੀ, ਜਿਹੜਾ ਪੱਛਮੀ ਐਜੂਕੇਸ਼ਨ ਸਿਸਟਮ ਸੀਗਾ, ਜਿਹੜਾ ਯੂਰੋਪੀਅਨ ਦੇਸ਼ਾਂ ਵਿੱਚ ਜਿਹੜੀ ਐਜੂਕੇਸ਼ਨ ਚੱਲਦੀ ਸੀ ਉਹ ਭਾਰਤ ਵਿੱਚ ਲਿਆਂਦੀ ਗਈ। ਅਤੇ ਚੌਥੀ ਮੁੱਖ ਵਿਸ਼ੇਸ਼ਤਾ ਦੀ ਗੱਲ ਕਰੀਏ ਤਾਂ ਕੀ ਸੀ, ਇਹ ਸੀ ਕਿ ਭਾਰਤ ਵਿੱਚ ਪਹਿਲੀ ਵਾਰ ਸਿੱਖਿਆ ਉੱਪਰ 1 ਲੱਖ ਰੁਪਏ ਖਰਚ ਕਰਨ ਦਾ ਪ੍ਰਾਵਧਾਨ ਕੀਤਾ ਗਿਆ ਸੀ। ਇਹ ਤਾਂ ਸੀਗੀਆਂ 1813 ਦੇ ਚਾਰਟਰ ਅਧਿਨਿਯਮ ਦੀਆਂ ਮੁੱਖ ਵਿਸ਼ੇਸ਼ਤਾਵਾਂ, ਜੋ ਤੁਹਾਨੂੰ ਚੰਗੀ ਤਰ੍ਹਾਂ ਯਾਦ ਹੋਣੀਆਂ ਚਾਹੀਦੀਆਂ। ਉਮੀਦ ਕਰਦਾ ਤੁਹਾਨੂੰ ਅੱਜ ਯਾਦ ਵੀ ਹੋ ਗਈਆਂ ਹੋਣਗੀਆਂ। ਹੁਣ ਵੱਧਦੇ ਹਾਂ ਆਪਾਂ ਆਪਣੇ ਅੱਜ ਦੇ ਟੌਪਿਕ ਵੱਲ। ਅੱਜ ਆਪਾਂ ਕਰਨਾ ਹੈ 1833 ਦਾ ਚਾਰਟਰ ਅਧਿਨਿਯਮ। ਤਾਂ ਦੇਖਦੇ ਹਾਂ, ਇਸ ਅਧਿਨਿਯਮ ਦੇ ਨਿਰਮਾਣ ਦਾ ਪ੍ਰਮੁੱਖ ਉਦੇਸ਼ ਬ੍ਰਿਟਿਸ਼ ਸਰਕਾਰ ਦੁਆਰਾ 1833 ਵਿੱਚ ਸਰਕਾਰ ਦੇ ਵਿਧੀ ਨਿਰਮਾਣ ਅਤੇ ਵਿਧੀ ਨਿਰਮਾਣ ਸੰਬੰਧੀ ਕੰਮਾਂ ਨੂੰ ਸਪਸ਼ਟ ਕਰਨਾ ਸੀ। ਇਸ ਦੇ ਤਹਿਤ ਪ੍ਰਮੁੱਖ ਪਰਿਵਰਤਨ ਕੀਤੇ ਗਏ। ਹਾਂਜੀ, ਇਹਦਾ ਜਿਹੜਾ ਮੁੱਖ ਉਦੇਸ਼ ਕੀ ਸੀਗਾ, ਜਿਹੜਾ ਇੱਕ ਤਾਂ ਸੀਗਾ ਵਿਧੀ ਨਿਰਮਾਣ ਕਰਨਾ, ਠੀਕ ਹੈ, ਦੂਜਾ ਸੀਗਾ ਵਿਧੀ ਨਿਰਮਾਣ ਸੰਬੰਧੀ ਕੰਮਾਂ ਨੂੰ ਸਪਸ਼ਟ ਕਰਨਾ। ਤਾਂ ਕੀ ਸੀ, ਇਹ ਤੋਂ ਪਹਿਲਾਂ ਆਪਾਂ ਥੋੜ੍ਹਾ ਜਿਹਾ ਪਿੱਛੇ ਚੱਲਦੇ ਹਾਂ। ਕੀ ਹੋਇਆ ਸੀ, 1814 ਵਿੱਚ ਬ੍ਰਿਟਿਸ਼ ਸੰਸਦ ਨੇ ਈਸਟ ਇੰਡੀਆ ਕੰਪਨੀ ਨੂੰ ਆਦੇਸ਼ ਦਿੱਤਾ ਸੀ ਕਿ ਉਹ ਹੁਣ ਭਾਰਤ ਵਿੱਚ ਜਿਹੜੇ ਰਾਜਸਵ ਸੰਬੰਧੀ ਮਾਮਲੇ ਉਹ ਹੁਣ ਈਸਟ ਇੰਡੀਆ ਕੰਪਨੀ ਹੀ ਦੇਖੂਗੀ, ਠੀਕ ਹੈ। ਫਿਰ ਇਸ ਤੋਂ ਬਾਅਦ ਕੀ ਸੀ, 1823 ਵਿੱਚ ਬ੍ਰਿਟਿਸ਼ ਜਿਹੜੀ ਸੰਸਦ ਸੀਗੀ ਉਹਨੇ ਈਸਟ ਇੰਡੀਆ ਕੰਪਨੀ ਨੂੰ ਕਿਹਾ ਕਿ ਜਿਹੜੇ ਭਾਰਤੀ ਰਾਜੇ ਉਹਨਾਂ ਦੇ ਅਧੀਨ ਆ, ਠੀਕ ਹੈ, ਉਹਨਾਂ ਨੂੰ ਪੈਨਸ਼ਨਾਂ ਲਾ ਦਿੱਤੀਆਂ ਜਾਣ। ਫਿਰ ਇਸ ਤੋਂ ਬਾਅਦ ਕੀ ਸੀ, 1829 ਵਿੱਚ ਬ੍ਰਿਟਿਸ਼ ਸੰਸਦ ਨੇ ਫਿਰ ਕੀ ਸੀ, ਈਸਟ ਇੰਡੀਆ ਕੰਪਨੀ ਨੂੰ ਕਿਹਾ ਕਿ ਉਹ ਭਾਰਤ ਵਿੱਚ ਵੱਧ ਤੋਂ ਵੱਧ ਨਿਆਲਿਆਂ ਦੀ ਸਥਾਪਨਾ ਕਰੇ। ਪਤਾ ਕੀ ਹੋਇਆ ਸੀ, ਪਰ ਇਹਦੇ ਨਾਲ ਜਿਹੜੇ ਇਹਨਾਂ ਨੇ ਕਹੀਆਂ ਸੀ, ਉਹਨਾਂ ਨੇ ਆਦੇਸ਼ ਦਿੱਤੇ ਸੀਗੇ ਬ੍ਰਿਟਿਸ਼ ਸੰਸਦ ਨੇ, ਇਹਨਾਂ ਉੱਪਰ ਕੀ ਸੀ, ਚੰਗੀ ਤਰ੍ਹਾਂ ਅਮਲ ਨਹੀਂ ਹੋਇਆ ਸੀ। ਇਹਨੂੰ ਹੀ ਦੇਖਦੇ ਹੋਏ ਜਿਹੜਾ 1833 ਦਾ ਚਾਰਟਰ ਐਕਟ ਲਿਆਂਦਾ ਗਿਆ ਸੀ, ਠੀਕ ਹੈ, ਜਿਹਦੇ ਵਿੱਚ ਕੀ ਸੀ, ਜਿਹੜੇ ਇਹਨਾਂ ਨੇ ਕਾਨੂੰਨ ਪਾਸ ਹੋਣਗੇ ਉਹਨਾਂ ਦਾ ਸਖਤੀ ਨਾਲ ਪਾਲਣ ਕਰਾਇਆ ਜਾਵੇ, ਠੀਕ ਹੈ। ਸਖਤੀ ਨਾਲ ਪਾਲਣ ਕਿਵੇਂ ਹੋ ਸਕਦਾ ਹੈ, ਜੇ ਆਪਾਂ ਕਿਸੇ ਉੱਪਰ ਕਾਨੂੰਨ ਬਣਾਵਾਂਗੇ, ਜਦੋਂ ਕਾਨੂੰਨ ਬਣਦੇ ਆ ਤਾਂ ਕੀ ਹੁੰਦਾ, ਉਹਦਾ ਸਖਤੀ ਨਾਲ ਪਾਲਣ ਵੀ ਕੀਤਾ ਜਾਂਦਾ ਹੈ। ਇਸ ਦੇ ਅਧੀਨ ਹੀ ਜਿਹੜਾ ਸੀਗਾ 1833 ਦਾ ਚਾਰਟਰ ਐਕਟ ਹੈਗਾ, ਕਿ ਇਹਦਾ ਮੁੱਖ ਉਦੇਸ਼ ਸੀਗਾ ਵਿਧੀ ਨਿਰਮਾਣ ਅਤੇ ਵਿਧੀ ਨਿਰਮਾਣ ਸੰਬੰਧੀ ਕੰਮਾਂ ਨੂੰ ਸਪਸ਼ਟ ਕਰਨਾ। ਹਾਂਜੀ, ਜਿਹੜਾ ਮੈਂ ਰਾਊਂਡ ਕਰੂੰਗਾ ਇਹ ਜਿਹੜਾ ਇੰਪੋਰਟੈਂਟ ਹੈ, ਤੁਸੀਂ ਚੰਗੀ ਤਰ੍ਹਾਂ ਯਾਦ ਰੱਖਣਾ। ਅੱਗੇ ਦੇਖਦੇ ਹਾਂ, ਬ੍ਰਿਟਿਸ਼ ਭਾਰਤ ਦੀ ਕੇਂਦਰੀਕਰਨ ਦੀ ਦਿਸ਼ਾ ਵਿੱਚ ਇਹ ਅਧਿਨਿਯਮ ਨਿਰਣਾਇਕ ਕਦਮ ਸੀ। ਹਾਂਜੀ, ਸਭ ਤੋਂ ਇੰਪੋਰਟੈਂਟ ਹੈ ਕਿ ਤੁਹਾਡੇ ਤੋਂ ਪੁੱਛਿਆ ਜਾ ਸਕਦਾ ਹੈ ਕਿਹੜੇ ਐਕਟ ਵਿੱਚ ਕੇਂਦਰੀਕਰਨ ਦੀ ਦਿਸ਼ਾ ਵਿੱਚ ਪਹਿਲੀ ਵਾਰ ਕੰਮ ਕੀਤਾ ਗਿਆ। ਉਹ ਕੀਤਾ ਗਿਆ ਸੀ 1833 ਦੇ ਚਾਰਟਰ ਅਧਿਨਿਯਮ ਦੇ ਅਕੋਰਡਿੰਗ। ਕੇਂਦਰੀਕਰਨ ਕੀ ਹੁੰਦਾ ਹੈ, ਕੇਂਦਰੀਕਰਨ ਹੁੰਦਾ ਹੈ ਕਿ ਜਿਵੇਂ ਪ੍ਰਾਂਤਾਂ ਦੇ ਪਹਿਲਾਂ ਗਵਰਨਰ ਜਨਰਲ ਸੀ, ਠੀਕ ਹੈ, ਉਹ ਆਪਣੇ ਪ੍ਰਾਂਤਾਂ ਲਈ ਕੀ ਸੀ, ਆਪ ਕਾਨੂੰਨ ਬਣਾਉਂਦੇ ਸੀ। ਅਤੇ ਇਹਦੇ ਨਾਲ ਕੀ ਕੀਤਾ ਗਿਆ ਕਿ ਜਿਹੜਾ ਹੁਣ ਇੱਕ ਭਾਰਤ ਦਾ ਗਵਰਨਰ ਜਨਰਲ ਬਣਾਇਆ ਗਿਆ, ਕੀ ਸੀ, ਉਹ ਹੁਣ ਜਿਹੜੇ ਵੀ ਉਹਦੇ ਅਧੀਨ ਈਸਟ ਇੰਡੀਆ ਕੰਪਨੀ ਦੇ ਅਧੀਨ ਭਾਰਤ ਦੇ ਜਿੰਨੇ ਵੀ ਖੇਤਰ ਸੀ ਉਹਨਾਂ ਉੱਪਰ ਇੱਕ ਹੀ ਕਾਨੂੰਨ ਲਾਗੂ ਹੋਊਗਾ, ਜਿਹੜਾ ਕਿ ਗਵਰਨਰ ਜਨਰਲ ਅਤੇ ਉਹਦੀ ਕੌਂਸਲ ਬਣਾਊਗੀ, ਠੀਕ ਹੈ। ਅੱਗੇ ਜਾ ਕੇ ਇਹਨੂੰ ਆਪਾਂ ਚੰਗੀ ਤਰ੍ਹਾਂ ਸਮਝਾਂਗੇ ਕਿ ਕੇਂਦਰੀਕਰਨ ਦੀ ਦਿਸ਼ਾ ਵਿੱਚ ਕਿਵੇਂ ਕਦਮ ਹੋਇਆ। ਦੇਖਦੇ ਹਾਂ ਇਸ ਦੀਆਂ ਵਿਸ਼ੇਸ਼ਤਾਵਾਂ ਦੀ। ਈਸਟ ਇੰਡੀਆ ਕੰਪਨੀ ਦੀਆਂ ਇੱਕ ਵਪਾਰਿਕ ਸੰਸਥਾ ਦੇ ਤੌਰ 'ਤੇ ਕੀਤੀਆਂ ਜਾਣ ਵਾਲੀਆਂ ਗਤੀਵਿਧੀਆਂ ਨੂੰ ਸਮਾਪਤ ਕਰ ਦਿੱਤਾ ਗਿਆ। ਹਾਂਜੀ, ਇਹਦੇ ਵਿੱਚ ਕੀ ਕਿਹਾ ਗਿਆ ਕਿ ਜਿਹੜੇ ਕੰਪਨੀ ਦੇ ਇੱਕ ਵਪਾਰਿਕ ਸੰਸਥਾ ਦੇ ਤੌਰ 'ਤੇ ਕੰਮ ਕਰਦੀ ਸੀ, ਕਿ ਦੇਖਦੇ ਹਾਂ ਆਪਾਂ ਕਿ ਜਦੋਂ 1600 ਵਿੱਚ ਮਹਾਰਾਣੀ ਐਲਿਜ਼ਾਬੈਥ ਤੋਂ ਜਿਹੜੀ ਕੰਪਨੀ ਸੀਗੀ ਇੱਕ ਵਪਾਰਿਕ ਸੰਸਥਾ ਦੇ ਤੌਰ 'ਤੇ ਆਈ ਸੀ ਭਾਰਤ ਵਿੱਚ ਵਪਾਰ ਕਰਨ ਲਈ, ਠੀਕ ਹੈ। ਐਲਿਜ਼ਾਬੈਥ ਨੇ ਇਹਨਾਂ ਨੂੰ ਕੀ ਸੀ, 15 ਸਾਲ ਦਾ ਇੱਕ ਪਰਮਿਟ ਦਿੱਤਾ ਸੀਗਾ, ਕਹਿ ਦਈਏ ਇੱਕ ਚਾਰਟਰ ਦਿੱਤਾ ਸੀਗਾ, ਠੀਕ ਹੈ, 15 ਸਾਲ ਲਈ ਵਪਾਰ ਕਰਨ ਦਾ। ਫਿਰ ਆਪਾਂ ਅੱਗੇ ਦੇਖਦੇ ਹਾਂ 1773 ਵਿੱਚ ਇਹਨਾਂ ਨੂੰ 20 ਸਾਲਾਂ ਦੇ ਮਿਲਦੇ ਰਹੇ।
ਇਸ ਪ੍ਰਕਾਰ ਕੀ ਸੀ ਕਿ ਜਿਹੜੇ ਹੁਣ ਵਪਾਰਿਕ ਕੰਮ ਕਰਨ ਆਏ ਸੀ ਈਸਟ ਇੰਡੀਆ ਕੰਪਨੀ, ਅਤੇ ਇਹਦੇ ਨਾਲ 1833 ਦੇ ਨਾਲ ਉਹਨਾਂ ਦੇ ਵਪਾਰਿਕ ਕੰਮ ਉਹ ਬੰਦ ਕਰ ਦਿੱਤੇ ਗਏ। ਅਤੇ ਇਹਨੂੰ ਕਿਹੜੀ ਸੰਸਥਾ ਬਣਾ ਦਿੱਤੀ ਗਈ? ਇੱਕ ਰਾਜਨੀਤਿਕ ਸੰਸਥਾ, ਪ੍ਰਸ਼ਾਸਨਿਕ ਸੰਸਥਾ ਜਾਂ ਰਾਜਨੀਤਿਕ ਸੰਸਥਾ ਬਣਾ ਦਿੱਤੀ ਗਈ ਸੀਗੀ। ਠੀਕ ਹੈ, ਸਭ ਤੋਂ ਇੰਪੋਰਟੈਂਟ ਤੁਸੀਂ ਯਾਦ ਰੱਖਣਾ ਕਿ ਵਪਾਰਿਕ ਸੰਸਥਾ ਦੇ ਤੌਰ 'ਤੇ ਕੀਤੇ ਜਾਣ ਵਾਲੀਆਂ ਗਤੀਵਿਧੀਆਂ ਜਾਂ ਕੰਪਨੀ ਦੇ ਵਪਾਰਿਕ ਕੰਮਾਂ ਨੂੰ ਕਦੋਂ ਬੰਦ ਕਰਕੇ ਇੱਕ ਰਾਜਨੀਤਿਕ ਸੰਸਥਾ ਵਿੱਚ ਬਦਲ ਦਿੱਤਾ ਗਿਆ, ਤਾਂ ਉਹ ਸੀਗਾ 1833 ਦਾ ਚਾਰਟਰ ਅਧੀਨੀਅਮ। ਅੱਗੇ ਹੈ ਕੰਪਨੀ ਦੇ ਵਪਾਰਿਕ ਅਧਿਕਾਰ ਪੂਰੀ ਤਰ੍ਹਾਂ ਸਮਾਪਤ ਕਰ ਦਿੱਤੇ ਗਏ। ਹਾਂਜੀ, ਇਹਦੇ ਵਿੱਚ ਸਾਫ਼ ਕਿਹਾ ਗਿਆ ਕਿ ਕੰਪਨੀ ਜਿਹੜੇ ਵਪਾਰਿਕ ਅਧਿਕਾਰ ਆ ਉਹ ਪੂਰੀ ਤਰ੍ਹਾਂ ਸਮਾਪਤ ਕਰ ਦਿੱਤੇ ਗਏ ਸੀਗੇ। ਅੱਗੇ ਦੇਖਦੇ ਹਾਂ, ਹੁਣ ਇਹ ਪੂਰੀ ਤਰ੍ਹਾਂ ਪ੍ਰਸ਼ਾਸਨਿਕ ਸੰਸਥਾ ਬਣ ਗਈ ਸੀ। ਪਹਿਲਾਂ ਕੀ ਸੀ? ਇਹ ਵਪਾਰਿਕ ਸੰਸਥਾ ਸੀਗੀ। ਕਿਹੜੇ ਐਕਟ ਦੇ ਨਾਲ ਇਹ ਵਪਾਰਿਕ ਸੰਸਥਾ ਤੋਂ ਇੱਕ ਪ੍ਰਸ਼ਾਸਨਿਕ ਸੰਸਥਾ ਬਣੀ ਸੀਗੀ? ਇਹ ਬਣੀ ਸੀ 1833 ਦੇ ਚਾਰਟਰ ਅਧਿਨੀਅਮ ਤੋਂ। ਹਾਂਜੀ, ਜਿਹੜੇ ਮੈਂ ਰਾਊਂਡ ਕਰਦਾ ਤੁਸੀਂ ਚੰਗੀ ਤਰ੍ਹਾਂ ਇਹ ਯਾਦ ਰੱਖਣਾ, ਕਿਉਂਕਿ ਇਹ ਬਹੁਤ ਹੀ ਇੰਪੋਰਟੈਂਟ ਫੈਕਟ ਹੈ ਐਗਜ਼ਾਮ ਦੇ ਪੁਆਇੰਟ ਆਫ ਵਿਊ ਤੋਂ। ਜੇ ਤੁਸੀਂ PCS ਲਈ ਤਿਆਰੀ ਕਰ ਰਹੇ ਹੋ ਤਾਂ ਤੁਹਾਡੇ ਲਈ ਇੱਕ ਵੀ ਚੀਜ਼ ਤੁਸੀਂ ਮਿਸ ਨਹੀਂ ਕਰਨੀ ਇਹਦੇ ਵਿੱਚ। ਅੱਗੇ ਹੈ, ਹੁਣ ਕੰਪਨੀ ਦਾ ਕੰਮ ਬ੍ਰਿਟਿਸ਼ ਸਰਕਾਰ ਵੱਲੋਂ ਕੇਵਲ ਭਾਰਤ 'ਤੇ ਸ਼ਾਸਨ ਕਰਨਾ ਰਹਿ ਗਿਆ ਸੀ। ਪਹਿਲਾਂ ਕੰਪਨੀ ਕੀ ਕਰਨ ਆਈ ਸੀ? ਪਹਿਲਾਂ ਕੰਪਨੀ ਦਾ ਕੰਮ ਸੀ ਭਾਰਤ ਨਾਲ ਵਪਾਰ ਕਰਨਾ। ਹੁਣ ਕੀ ਸੀ ਕਿ 1833 ਵਿੱਚ ਜਿਹੜੀ ਸੀ ਈਸਟ ਇੰਡੀਆ ਕੰਪਨੀ ਨੂੰ ਭਾਰਤ 'ਤੇ ਸ਼ਾਸਨ ਕਰਨ ਦਾ ਅਧਿਕਾਰ ਮਿਲ ਗਿਆ ਸੀਗਾ। ਅੱਗੇ ਦੇਖਦੇ ਹਾਂ, ਇਸ ਨੇ ਬੰਗਾਲ ਦੇ ਗਵਰਨਰ ਜਨਰਲ ਨੂੰ ਭਾਰਤ ਦਾ ਗਵਰਨਰ ਜਨਰਲ ਬਣਾ ਦਿੱਤਾ ਗਿਆ, ਜਿਸ ਨੂੰ ਸਾਰੀਆਂ ਨਾਗਰਿਕ ਅਤੇ ਸੈਨਿਕ ਸ਼ਕਤੀਆਂ ਪ੍ਰਾਪਤ ਸਨ। ਹਾਂਜੀ, ਇਹਦੇ ਵਿੱਚ ਕੀ ਕਿਹਾ ਗਿਆ ਕਿ ਜਿਹੜਾ ਬੰਗਾਲ ਦਾ ਗਵਰਨਰ ਜਨਰਲ ਸੀ ਉਹ ਹੁਣ ਕੀ ਬਣ ਗਿਆ ਸੀ? ਭਾਰਤ ਦਾ ਗਵਰਨਰ ਜਨਰਲ। ਕੌਣ ਬਣਿਆ ਸੀ? ਬੰਗਾਲ ਦਾ ਗਵਰਨਰ ਜਨਰਲ। ਅਤੇ ਪਹਿਲਾ ਭਾਰਤ ਦਾ ਪਹਿਲਾ ਗਵਰਨਰ ਜਨਰਲ ਕਿਹਨੂੰ ਬਣਾਇਆ ਗਿਆ ਸੀ? ਲਾਰਡ ਵਿਲੀਅਮ ਬੈਂਟਿੰਗ ਨੂੰ। ਇਹਨੂੰ ਕਿਹੜੇ ਕਿਹੜੇ ਅਧਿਕਾਰ ਦਿੱਤੇ ਗਏ ਸੀਗੇ? ਨਾਗਰਿਕ ਅਤੇ ਸੈਨਿਕ ਜਿਹੜੇ ਅਧਿਕਾਰ ਸੀ ਉਹ ਗਵਰਨਰ ਜਨਰਲ ਨੂੰ ਦੇ ਦਿੱਤੇ ਗਏ ਸੀ। ਹੁਣ ਆਪਾਂ ਜੇ ਗਵਰਨਰ ਜਨਰਲ ਦੀ ਗੱਲ ਕਰੀਏ ਤਾਂ ਆਪਾਂ ਦੇਖਿਆ ਸੀ ਰੈਗੂਲੇਟਿੰਗ ਐਕਟ 1773 ਵਿੱਚ ਕੀ ਸੀਗਾ ਕਿ ਜਿਹੜਾ ਬੰਗਾਲ ਦਾ ਗਵਰਨਰ ਸੀ ਉਹਨੂੰ ਬੰਗਾਲ ਦਾ ਗਵਰਨਰ ਜਨਰਲ ਬਣਾ ਦਿੱਤਾ ਗਿਆ ਸੀ। ਅਤੇ 1833 ਵਿੱਚ ਕੀ ਸੀ ਕਿ ਜਿਹੜਾ ਬੰਗਾਲ ਦਾ ਗਵਰਨਰ ਜਨਰਲ ਸੀ ਉਹਨੂੰ ਕੀ ਸੀ ਹੁਣ ਪੂਰੇ ਭਾਰਤ ਦਾ ਗਵਰਨਰ ਜਨਰਲ ਬਣਾ ਦਿੱਤਾ ਗਿਆ ਸੀ। ਹੁਣ ਅੱਗੇ ਦੇਖਦੇ ਹਾਂ, ਹੁਣ ਤੱਕ ਗਵਰਨਰ ਜਨਰਲ ਦੀ ਕਾਰਜਕਾਰਨੀ ਵਿੱਚ 3 ਮੈਂਬਰ ਹੁੰਦੇ ਸਨ, ਪਰ ਵਿਧਾਇਕ ਮਸ਼ਵਰਿਆਂ ਲਈ ਗਵਰਨਰ ਜਨਰਲ ਦੀ ਪਰਿਸ਼ਦ ਵਿੱਚ ਵਿਧੀ ਮੈਂਬਰ ਦੇ ਰੂਪ ਵਿੱਚ ਚੌਥੇ ਮੈਂਬਰ ਨੂੰ ਸ਼ਾਮਿਲ ਕੀਤਾ ਗਿਆ। ਹਾਂਜੀ, ਇਹਦੇ ਵਿੱਚ ਕੀ ਕਿਹਾ ਗਿਆ ਕਿ ਪਹਿਲਾਂ ਜਿਹੜੇ ਮੈਂਬਰ ਸੀਗੇ ਉਹਨਾਂ ਦੀ ਗਿਣਤੀ 3 ਸੀਗੀ, 3 ਤੋਂ ਇਹਨਾਂ ਦੀ ਗਿਣਤੀ ਵਧਾ ਕੇ 4 ਕਰ ਦਿੱਤੀ ਗਈ। ਚੌਥਾ ਮੈਂਬਰ ਕਿਹੜਾ ਜੋੜਿਆ ਸੀਗਾ? ਵਿਧੀ ਮੈਂਬਰ ਜੋੜਿਆ ਸੀ। ਵਿਧੀ ਮੈਂਬਰ ਕੌਣ ਸੀਗਾ? ਲਾਰਡ ਮੈਕਾਲੇ ਸੀਗਾ। ਠੀਕ ਹੈ, ਹੁਣ ਜੇ ਆਪਾਂ ਇਹਦੀ ਕੌਂਸਲ ਦੇ ਮੈਂਬਰਾਂ ਦੀ ਗੱਲ ਕਰੀ ਤਾਂ ਇਹਦੀ ਸ਼ੁਰੂਆਤ ਦੇਖੀ ਸੀ ਆਪਾਂ ਰੈਗੂਲੇਟਿੰਗ ਐਕਟ 1773 ਵਿੱਚ। ਠੀਕ ਹੈ, 73 ਵਿੱਚ ਇਹਨਾਂ ਦੀ ਮੈਂਬਰਾਂ ਦੀ ਗਿਣਤੀ ਕਿੰਨੀ ਸੀ ਕੌਂਸਲ ਦੀ? 4 ਗਵਰਨਰ ਜਨਰਲ ਦੀ ਕੌਂਸਲ ਦੇ ਮੈਂਬਰਾਂ ਦੀ ਗਿਣਤੀ 4 ਸੀਗੀ। ਅਤੇ ਫਿਰ ਕੀ ਹੋਇਆ ਸੀ 1784 ਵਿੱਚ ਇਹਦੇ ਕੌਂਸਲ ਦੇ ਮੈਂਬਰਾਂ ਦੀ ਗਿਣਤੀ ਘਟਾ ਕੇ 3 ਕਰ ਦਿੱਤੀ ਗਈ ਸੀਗੀ। ਫਿਰ ਹੁਣ ਕੀ ਸੀ 1833 ਦੇ ਐਕਟ ਦੇ ਨਾਲ ਇਹਨਾਂ ਦੀ ਗਿਣਤੀ ਫਿਰ 3 ਤੋਂ 4 ਕਰ ਦਿੱਤੀ ਗਈ ਸੀਗੀ। ਅੱਗੇ ਦੇਖਦੇ ਹਾਂ, ਇਸ ਅਧਿਨੀਅਮ ਨੇ ਪਹਿਲੀ ਵਾਰ ਇੱਕ ਅਜਿਹੀ ਸਰਕਾਰ ਦਾ ਨਿਰਮਾਣ ਕੀਤਾ ਜਿਸ ਦਾ ਬ੍ਰਿਟਿਸ਼ ਕਬਜ਼ੇ ਵਾਲੇ ਸੰਪੂਰਨ ਭਾਰਤੀ ਖੇਤਰ 'ਤੇ ਪੂਰਾ ਅਧਿਕਾਰ ਨਿਯੰਤਰਣ ਸੀ। ਕੀ ਸੀਗਾ ਕਿ ਇਹਦੇ ਨਾਲ ਕੀ ਸੀ ਇੱਕ ਅਜਿਹੀ ਸਰਕਾਰ ਦਾ ਨਿਰਮਾਣ ਕੀਤਾ ਗਿਆ ਜਿਹੜੀ ਕੀ ਸੀ ਭਾਰਤ ਦੇ ਅਧੀਨ ਜਿਹੜਾ ਖੇਤਰ ਸੀ ਉਹ 'ਤੇ ਪੂਰੀ ਤਰ੍ਹਾਂ ਕੰਟਰੋਲ ਕਰ ਸਕੇ। ਕਿ ਉਹਨੂੰ ਕੀ ਸੀ ਕਿ ਕਾਨੂੰਨ ਬਣਾਉਣ ਦਾ ਅਧਿਕਾਰ ਦਿੱਤਾ ਗਿਆ ਸੀ ਕਿ ਕਿਸੇ ਪ੍ਰਕਾਰ ਦਾ ਕਾਨੂੰਨ ਬਣਾਵੇ ਜਿਹਦੇ ਨਾਲ ਕੀ ਸੀ ਭਾਰਤ 'ਤੇ ਕੰਟਰੋਲ ਕਰ ਸਕਦੀ ਸੀ। ਠੀਕ ਹੈ, ਕੰਟਰੋਲ ਰੱਖਣ ਲਈ ਕਿ ਗਵਰਨਰ ਜਨਰਲ ਅਤੇ ਉਹਦੀ ਕੌਂਸਲ ਨੂੰ ਛੂਟ ਪ੍ਰਾਪਤ ਸੀ। ਅਤੇ ਜੇ ਆਪਾਂ ਗੱਲ ਕਰੀਏ ਕਿ ਕਾਨੂੰਨ ਬਣਾਉਣ ਦੇ ਅਧਿਕਾਰ ਤਾਂ ਗਵਰਨਰ ਜਨਰਲ ਅਤੇ ਉਹਦੀ ਕੌਂਸਲ ਕੋਲ ਸੀ, ਪਰ ਜੇ ਰੱਦ ਕਰਨ ਦੀ ਗੱਲ ਕਰੀਏ ਤਾਂ ਕੀ ਸੀ ਜੇ ਕਾਨੂੰਨ ਵਧੀਆ ਨਹੀਂ ਸੀਗੇ। ਠੀਕ ਹੈ, ਜੇ ਕਾਨੂੰਨ ਨੂੰ ਰੱਦ ਕਰਨਾ ਚਾਹਵੇ ਤਾਂ BO ਸੀ, ਬੋਰਡ ਆਫ ਕੰਟਰੋਲ, ਉਹ ਕੀ ਸੀ ਜਿਹੜੇ ਗਵਰਨਰ ਜਨਰਲ ਅਤੇ ਉਹਦੀ ਕੌਂਸਲ ਵੱਲੋਂ ਬਣਾਏ ਗਏ ਕਾਨੂੰਨਾਂ ਨੂੰ ਰੱਦ ਕਰ ਸਕਦੀ ਸੀਗੀ। ਠੀਕ ਹੈ, ਇਹ ਤੁਸੀਂ ਚੰਗੀ ਤਰ੍ਹਾਂ ਯਾਦ ਰੱਖਣਾ ਕਿ ਪਹਿਲੀ ਵਾਰ ਕਦੋਂ ਅਜਿਹੀ ਸਰਕਾਰ ਦਾ ਨਿਰਮਾਣ ਕੀਤਾ ਗਿਆ ਸੀਗਾ ਤਾਂ ਕੀਤਾ ਗਿਆ 1833 ਦੇ ਚਾਰਟਰ ਅਧਿਨੀਅਮ ਦੇ ਅਕੋਰਡਿੰਗ। ਅੱਗੇ ਹੈ ਲਾਰਡ ਵਿਲੀਅਮ ਬੈਂਟਿੰਗ ਭਾਰਤ ਦੇ ਪਹਿਲੇ ਗਵਰਨਰ ਜਨਰਲ ਬਣੇ। ਹਾਂਜੀ, ਸਭ ਤੋਂ ਇੰਪੋਰਟੈਂਟ ਕੁਐਸਚਨ ਇਹੀ ਹੈ ਕਿ ਹਰੇਕ ਐਗਜ਼ਾਮ ਵਿੱਚ ਲਗਭਗ ਇਹੀ ਪੁੱਛਿਆ ਜਾਂਦਾ ਹੈ ਕਿ ਭਾਰਤ ਦਾ ਪਹਿਲਾ ਗਵਰਨਰ ਜਨਰਲ ਕੌਣ ਬਣਿਆ ਸੀ? ਲਾਰਡ ਵਿਲੀਅਮ ਬੈਂਟਿੰਗ ਬਣਿਆ ਸੀ। ਕਿਹੜੇ ਐਕਟ ਦੇ ਅਕੋਰਡਿੰਗ ਬਣਿਆ ਸੀ? 1833 ਦੇ ਚਾਰਟਰ ਐਕਟ ਦੇ ਅਕੋਰਡਿੰਗ ਬਣਿਆ ਸੀਗਾ। ਅੱਗੇ ਹੈ
ਇਸ ਨੇ ਮਦਰਾਸ ਅਤੇ ਬੰਬਈ ਦੇ ਗਵਰਨਰਾਂ ਨੂੰ ਵਿਧਾਇਕ ਸੰਬੰਧੀ ਸ਼ਕਤੀ ਤੋਂ ਵੰਚਿਤ ਕਰ ਦਿੱਤਾ ਗਿਆ। ਹਾਂਜੀ, ਆਪਾਂ ਪਹਿਲਾਂ ਉੱਪਰ ਦੇਖਿਆ ਸੀ ਕਿ ਕੇਂਦਰੀਕਰਨ ਵਿੱਚ ਕਿਵੇਂ ਕੰਮ ਹੋਇਆ ਸੀ। ਇਸ ਪ੍ਰਕਾਰ ਹੀ ਹੋਇਆ ਸੀ, ਜਿਹੜੇ ਪਹਿਲਾਂ ਗਵਰਨਰ ਜਨਰਲ ਸੀਗੇ, ਜਿਹੜੇ ਪ੍ਰਾਂਤਾਂ ਦੇ ਗਵਰਨਰ ਸੀਗੇ, ਕੀ ਸੀ ਉਹ ਆਪਣੇ ਪ੍ਰਾਂਤਾਂ ਲਈ ਉਹ ਆਪ ਕਾਨੂੰਨ ਬਣਾਉਂਦੇ ਸੀ। ਹੁਣ ਇਹਦੇ ਨਾਲ ਕੀ ਸੀ ਕਿ ਜਿਹੜੇ ਹੁਣ ਕਾਨੂੰਨ ਬਣਾਉਣ ਦੇ ਅਧਿਕਾਰ ਹੈ, ਠੀਕ ਹੈ, ਉਹ ਕਿਹਨੂੰ ਦਿੱਤੇ ਗਏ ਸੀਗੇ? ਜਿਹੜਾ ਭਾਰਤ ਦਾ ਗਵਰਨਰ ਜਨਰਲ ਅਤੇ ਉਹਦੀ ਕੌਂਸਲ ਸੀ। ਹੁਣ ਉਹੀ ਜਿਹੜੇ ਕਾਨੂੰਨ ਬਣਾਊਗੀ ਉਹ ਕੀ ਸੀ? ਪੂਰੇ ਭਾਰਤ ਵਿੱਚ ਜਿੰਨੇ ਵੀ ਪ੍ਰਾਂਤ ਹੈ, ਠੀਕ ਹੈ, ਈਸਟ ਇੰਡੀਆ ਕੰਪਨੀ ਦੇ ਅਧੀਨ ਜਿਹੜੇ ਖੇਤਰ ਆ ਭਾਰਤੀ, ਉਹਨਾਂ ਉੱਪਰ ਉਹੀ ਕਾਨੂੰਨ ਲਾਗੂ ਹੋਣਗੇ। ਇਸ ਪ੍ਰਕਾਰ ਕੀ ਹੋਇਆ ਸੀ? ਜਿਹੜੀ ਕੇਂਦਰੀਕਰਨ ਦੀ ਦਿਸ਼ਾ ਵਿੱਚ ਚੁੱਕਿਆ ਗਿਆ ਇਹ ਪਹਿਲਾ ਕਦਮ ਸੀਗਾ। ਹੁਣ ਆਪਾਂ ਅੱਗੇ ਦੇਖਦੇ ਹਾਂ। ਭਾਰਤ ਦੇ ਗਵਰਨਰ ਜਨਰਲ ਨੂੰ ਪੂਰੇ ਬ੍ਰਿਟਿਸ਼ ਭਾਰਤ ਵਿੱਚ ਵਿਧਾਇਕਾਂ ਦੇ ਅਸੀਮਿਤ ਅਧਿਕਾਰ ਪ੍ਰਦਾਨ ਕਰ ਦਿੱਤੇ ਗਏ। ਕੀ ਹੋਇਆ ਇਹਦੇ ਨਾਲ? ਜਿਹੜੇ ਵਿਧਾਇਕ ਸੀਗੇ, ਆਪਾਂ ਦੇਖਿਆ ਹੀ ਆ ਵਿਧਾਇਕ ਕੌਣ ਸੀਗੇ ਕਿ ਗਵਰਨਰ ਜਨਰਲ ਜਿਹੜੀ ਕੌਂਸਲ ਦੇ ਮੈਂਬਰ ਸੀਗੇ, ਕਿ ਉਹਨਾਂ ਨੂੰ ਕੀ ਸੀ ਕਿ ਉਹ ਕਿਸੇ ਪ੍ਰਕਾਰ ਦਾ ਕਾਨੂੰਨ ਬਣਾ ਸਕਦੇ ਸੀਗੇ ਭਾਰਤ ਵਿੱਚ, ਠੀਕ ਹੈ। ਅਤੇ ਹੁਣ ਰੱਦ ਕਰਨ ਦੀ ਗੱਲ ਕਰੀਏ ਤਾਂ ਕੌਣ ਕਰ ਸਕਦਾ ਸੀਗਾ? BOC, ਬੋਰਡ ਆਫ ਕੰਟਰੋਲ। ਹੁਣ ਅੱਗੇ ਦੇਖਦੇ ਹਾਂ। ਇਸ ਦੇ ਅੰਤਰਗਤ ਪਹਿਲਾਂ ਬਣਾਏ ਗਏ ਕਾਨੂੰਨਾਂ ਨੂੰ ਰੈਗੂਲੇਟਰੀ ਕਾਨੂੰਨ ਕਿਹਾ ਗਿਆ। ਇਸ ਦੇ ਤਹਿਤ ਬਣੇ ਕਾਨੂੰਨਾਂ ਨੂੰ ਐਕਟ ਜਾਂ ਅਧੀਨਿਯਮ ਕਿਹਾ ਗਿਆ। ਹਾਂਜੀ, ਇਹਦੇ ਵਿੱਚ ਕੀ ਕਿਹਾ ਗਿਆ? ਜਿਹੜੇ ਪਹਿਲਾਂ ਦੇ ਕਾਨੂੰਨ ਸੀ ਉਹਨਾਂ ਨੂੰ ਰੈਗੂਲੇਟਰੀ ਕਾਨੂੰਨ ਕਿਹਾ ਜਾਂਦਾ ਸੀ। ਕਿਉਂਕਿ ਜਿਹੜੀ ਈਸਟ ਇੰਡੀਆ ਕੰਪਨੀ ਸੀ, ਉਹਦਾ ਈਸਟ ਇੰਡੀਆ ਕੰਪਨੀ ਨੂੰ ਜਿਹੜਾ ਪਹਿਲਾਂ ਕੀ ਸੀ? ਰੈਗੂਲੇਟ ਕਰਨ ਦਾ ਕੰਮ ਕੀਤਾ ਗਿਆ ਸੀਗਾ ਬ੍ਰਿਟਿਸ਼ ਸੰਸਦ ਵੱਲੋਂ। ਹੁਣ ਕੀ ਸੀ? ਜਦੋਂ ਕੰਪਨੀ ਦੇ ਵਪਾਰਿਕ ਕੰਮ ਖਤਮ ਹੋ ਗਏ ਅਤੇ ਕੰਪਨੀ ਨੂੰ ਕੀ ਬਣਾ ਦਿੱਤਾ ਗਿਆ? ਇੱਕ ਰਾਜਨੀਤਿਕ ਸੰਸਥਾ ਅਤੇ ਜਾਂ ਕਹਿ ਦਈਏ ਪ੍ਰਸ਼ਾਸਨਿਕ ਸੰਸਥਾ ਬਣਾ ਦਿੱਤਾ ਗਿਆ। ਫਿਰ ਕੀ ਹੋਇਆ ਕਿ ਹੁਣ ਜਦੋਂ ਰਾਜਨੀਤਿਕ ਜਾਂ ਪ੍ਰਸ਼ਾਸਨਿਕ ਸੰਸਥਾ ਬਣ ਗਈ ਤਾਂ ਜਿਹੜੇ ਉਹਦੇ ਦੁਆਰਾ ਬਣਾਏ ਗਏ ਕਾਨੂੰਨ ਸੀਗੇ ਉਹਨਾਂ ਨੂੰ ਕੀ ਸੀ? ਐਕਟ ਜਾਂ ਅਧੀਨਿਯਮ ਕਿਹਾ ਜਾਂਦਾ ਸੀਗਾ। ਅੱਗੇ ਹੈ, ਇਸ ਦੇ ਤਹਿਤ ਕੰਪਨੀ ਦੇ ਮਾਲਕੀਅਤ ਵਾਲੇ ਪ੍ਰਦੇਸ਼ ਬ੍ਰਿਟਿਸ਼ ਰਾਜਸ਼ਾਹੀ ਅਤੇ ਇਸ ਦੇ ਉੱਤਰਾਧਿਕਾਰੀ ਦੇ ਵਿਸ਼ਵਾਸ ਅਧੀਨ ਰਹੇ। ਕੀ ਕਿਹਾ ਗਿਆ ਇਹਦੇ ਵਿੱਚ? ਕਿ ਜਿਹੜਾ ਕੰਪਨੀ ਹੁਣ ਸੀਗੀ ਕੀ ਸੀ? ਬ੍ਰਿਟਿਸ਼ ਰਾਜਸ਼ਾਹੀ ਦੇ ਅੰਡਰ ਹੀ ਕੰਮ ਕਰੂਗੀ ਜਦੋਂ ਤੱਕ ਕੀ ਸੀ? ਬ੍ਰਿਟੇਨ ਦਾ ਰਾਜਾ ਚਾਹੂਗਾ ਕਿ ਉਹ ਭਾਰਤ ਉੱਪਰ ਕੰਮ ਕਰ ਸਕਦੀ ਸੀ। ਉਸ ਤੋਂ ਬਾਅਦ ਕੀ ਸੀ? ਜਦੋਂ ਉਹਦਾ ਉੱਤਰਾਧਿਕਾਰੀ ਆਊਗਾ ਤਾਂ ਉਸ ਉੱਤਰਾਧਿਕਾਰੀ ਦੇ ਅਧੀਨ ਵੀ ਇਸ ਤਰੀਕੇ ਨਾਲ ਕੀ ਸੀ ਕਿ ਬ੍ਰਿਟੇਨ ਦੇ ਰਾਜਾ ਦੇ ਅਧੀਨ ਜਿਵੇਂ ਵੀ ਕੰਪਨੀ ਚੱਲੂਗੀ ਤਾਂ ਕਿਹਦੇ ਅਧੀਨ ਚੱਲੂਗੀ? ਬ੍ਰਿਟਿਸ਼ ਰਾਜਸ਼ਾਹੀ ਦੇ ਅੰਦਰ, ਠੀਕ ਹੈ। ਜਿਵੇਂ ਰਾਜਾ ਨਹੀਂ ਰਿਹਾ ਤਾਂ ਰਾਜਾ ਦਾ ਜਿਹੜਾ ਉੱਤਰਾਧਿਕਾਰੀ ਬਣੂਗਾ ਉਹਦੇ ਅਧੀਨ ਈਸਟ ਇੰਡੀਆ ਕੰਪਨੀ ਨੂੰ ਕੰਮ ਕਰਨਾ ਪਊਗਾ। ਅੱਗੇ ਹੈ, ਚਾਰਟਰ ਐਕਟ 1833 ਨੇ ਸਿਵਲ ਸੇਵਕਾਂ ਦੀ ਚੋਣ ਲਈ ਖੁੱਲ੍ਹੀ ਪ੍ਰਤੀਯੋਗਤਾ ਦਾ ਆਯੋਜਨ ਸ਼ੁਰੂ ਕਰਨ ਦਾ ਯਤਨ ਕੀਤਾ ਗਿਆ। ਹਾਂਜੀ, ਇਹਦੇ ਵਿੱਚ ਕੀ ਕਿਹਾ ਗਿਆ ਕਿ ਪਹਿਲੀ ਵਾਰ ਖੁੱਲ੍ਹੀ ਪ੍ਰਤੀਯੋਗਤਾ ਦਾ ਸ਼ੁਰੂ ਕਰਨ ਦਾ ਜਿਹੜਾ ਯਤਨ ਕਦੋਂ ਕੀਤਾ ਗਿਆ ਸੀਗਾ? ਉਹ ਕੀਤਾ ਗਿਆ ਸੀ 1833 ਦੇ ਵਿੱਚ, ਠੀਕ ਹੈ, 1833 ਦੇ ਚਾਰਟਰ ਐਕਟ ਦੇ ਕੋਲ। ਹਾਂਜੀ, ਜਿਹੜੇ ਕੁਐਸਚਨ ਹੈ ਬਹੁਤ ਹੀ ਇੰਪੋਰਟੈਂਟ ਹੈ ਤੁਹਾਡੇ PCS ਲਈ। ਤੁਹਾਡੇ ਤੋਂ ਪੁੱਛਿਆ ਜਾ ਸਕਦਾ ਹੈ ਕਿ ਪਹਿਲੀ ਵਾਰ ਸਿਵਲ ਸੇਵਕਾਂ ਦੀ ਚੋਣ ਲਈ ਖੁੱਲ੍ਹੀ ਪ੍ਰਤੀਯੋਗਤਾ ਦਾ ਆਯੋਜਨ ਕਦੋਂ ਕੀਤਾ ਗਿਆ ਸੀਗਾ? ਇਹ ਕੀਤਾ ਗਿਆ ਸੀਗਾ 1833 ਵਿੱਚ। ਅੱਗੇ ਹੈ, ਇਸ ਵਿੱਚ ਕਿਹਾ ਗਿਆ ਹੈ ਕਿ ਕੰਪਨੀ ਵਿੱਚ ਭਾਰਤੀਆਂ ਨੂੰ ਕਿਸੇ ਪਦ, ਕਾਰਜ ਖੇਤਰ, ਰੁਜ਼ਗਾਰ ਹਾਸਲ ਕਰਨ ਤੋਂ ਵੰਚਿਤ ਨਾ ਕੀਤਾ ਜਾਵੇ। ਕੀ ਕਿਹਾ ਇਹਦੇ ਵਿੱਚ? ਕਿ ਉਹਨਾਂ ਨਾਲ ਕਿ ਕਿਸੇ ਵੀ ਅਹੁਦੇ ਤੋਂ, ਠੀਕ ਹੈ, ਅਤੇ ਰੁਜ਼ਗਾਰ ਹਾਸਲ ਕਰਨ ਵਿੱਚ ਭਾਰਤੀਆਂ ਨੂੰ ਵੰਚਿਤ ਨਾ ਕੀਤਾ ਜਾਵੇ। ਕਿਹੜੇ ਐਕਟ ਵਿੱਚ ਕਿਹਾ ਗਿਆ ਸੀ? 1833 ਦੇ ਚਾਰਟਰ ਐਕਟ ਦੇ ਵਿੱਚ। ਅੱਗੇ ਹੈ, ਇਸ ਐਕਟ ਦੁਆਰਾ ਸਪਸ਼ਟ ਕਰ ਦਿੱਤਾ ਗਿਆ ਕਿ ਕੰਪਨੀ ਦੇ ਪ੍ਰਦੇਸ਼ਾਂ ਵਿੱਚ ਰਹਿਣ ਵਾਲੇ ਕਿਸੇ ਵੀ ਭਾਰਤੀ ਨੂੰ ਕੇਵਲ ਧਰਮ, ਜਾਤ, ਵੰਸ਼, ਰੰਗ ਜਾਂ ਜਨਮ ਦੇ ਸਥਾਨ ਦੇ ਆਧਾਰ 'ਤੇ ਕੰਪਨੀ ਦੇ ਕਿਸੇ ਪਦ 'ਤੇ ਜਿਸ ਦੇ ਲਈ ਉਹ ਯੋਗ ਹੈ ਤੋਂ ਵੰਚਿਤ ਨਹੀਂ ਕੀਤਾ ਜਾਵੇਗਾ। ਹਾਲਾਂਕਿ ਕੋਰਟ ਆਫ ਡਾਇਰੈਕਟਰ ਦੇ ਵਿਰੋਧ ਕਾਰਨ ਇਹ ਪ੍ਰਾਵਧਾਨ ਲਾਗੂ ਨਹੀਂ ਹੋ ਸਕਿਆ। ਕੀ ਕਿਹਾ ਵਿੱਚ? ਕਿ ਜਿਹੜੇ ਕੰਪਨੀ ਦੇ ਅਧੀਨ ਜਿਹੜੇ ਭਾਰਤੀ ਸੀਗੇ, ਠੀਕ ਹੈ, ਉਹਨਾਂ ਨਾਲ ਜਿਹੜੇ ਭਾਰਤ ਵਿੱਚ ਜਿਹੜੇ ਭਾਰਤੀ ਲੋਕ ਸੀਗੇ, ਠੀਕ ਹੈ, ਜਦੋਂ ਕੰਪਨੀ ਵਿੱਚ ਕੰਮ ਕਰਦੇ ਸੀ ਤਾਂ ਕੀ ਸੀ? ਉਹਨਾਂ ਨੂੰ ਕਿਹਾ ਗਿਆ ਕਿ ਉਹ ਉਹਨਾਂ ਨੂੰ ਕਿਸੇ ਵੀ ਧਰਮ ਦੇ ਆਧਾਰ 'ਤੇ, ਜਾਤੀ ਦੇ, ਵੰਸ਼ ਦੇ ਆਧਾਰ 'ਤੇ ਕਿਸੇ ਵੀ ਪ੍ਰਕਾਰ ਦਾ ਭੇਦਭਾਵ ਨਾ ਕੀਤਾ ਜਾਵੇ, ਠੀਕ ਹੈ। ਜਿਵੇਂ ਹੁਣ ਕਿਸੇ ਨੂੰ ਕਹਿ ਦਈਏ ਕਿ ਜੋਬ ਲਈ, ਠੀਕ ਹੈ, ਕਿਸੇ ਦੀ ਯੋਗਤਾ ਹੁੰਦੀ ਸੀਗੀ, ਠੀਕ ਹੈ, ਕਿਸੇ ਟੈਲੈਂਟ ਸੀਗਾ, ਜਿਵੇਂ ਹੁਣ ਸਿਵਲ ਸੇਵਕਾਂ ਦਾ ਐਗਜ਼ਾਮ ਲਾ ਲਈਏ, ਠੀਕ ਹੈ, ਉਹ ਕਲੀਅਰ ਕਰ ਲੈਂਦਾ ਸੀ ਤਾਂ ਕੀ ਸੀ? ਉਹਦੇ ਨਾਲ ਭੇਦਭਾਵ ਕੀਤਾ ਜਾਂਦਾ ਸੀਗਾ। ਕਿਸੇ ਇਹਦੇ ਵਿੱਚ ਕਿਹਾ ਗਿਆ ਸੀ ਕਿ ਉਹਨਾਂ ਨਾਲ ਭੇਦਭਾਵ ਨਾ ਕੀਤਾ ਜਾਵੇ, ਪਰ ਕੀ ਸੀ? ਇਹ ਕੋਰਟ ਆਫ ਡਾਇਰੈਕਟਰ ਨੇ ਇਹਦਾ ਵਿਰੋਧ ਕੀਤਾ ਸੀ, ਜਿਹਦੇ ਨਾਲ ਕੀ ਸੀ? ਇਹ ਲਾਗੂ ਨਹੀਂ ਹੋ ਸਕਿਆ ਸੀਗਾ। ਅੱਗੇ ਦੇਖਦੇ ਹਾਂ, ਗਵਰਨਰ ਜਨਰਲ ਦੀ ਪਰਿਸ਼ਦ ਨੂੰ ਰਾਜ ਸਭਾ ਦੇ ਸਬੰਧ ਵਿੱਚ ਪੂਰਨ ਅਧਿਕਾਰ ਪ੍ਰਦਾਨ ਕਰਦੇ ਹੋਏ ਗਵਰਨਰ ਜਨਰਲ ਨੂੰ ਸੰਪੂਰਨ ਦੇਸ਼ ਲਈ ਇੱਕ ਹੀ ਬਜਟ ਤਿਆਰ ਕਰਨ ਦਾ
ਅਧਿਕਾਰ ਦਿੱਤਾ ਗਿਆ। ਹਾਂਜੀ, ਇਹਦੇ ਵਿੱਚ ਕੀ ਕਿਹਾ ਗਿਆ ਕਿ ਜਿਹੜੇ ਰਾਜ ਸਭਾ ਨਾਲ ਰਿਲੇਟਡ ਮਾਮਲੇ ਆ, ਠੀਕ ਹੈ, ਇਹ ਪੂਰਨ ਤੌਰ 'ਤੇ ਕਿਹਦੇ ਅੰਡਰ ਰੱਖੇ ਗਏ ਸੀਗੇ? ਗਵਰਨਰ ਜਨਰਲ ਅਤੇ ਉਹਦੀ ਕੌਂਸਲ ਨੂੰ ਇਹਦੇ ਅਧਿਕਾਰ ਪ੍ਰਾਪਤ ਕਰ ਦਿੱਤੇ ਗਏ। ਅਤੇ ਹੋਰ ਕੀ ਸੀਗਾ ਕਿ ਗਵਰਨਰ ਜਨਰਲ ਨੂੰ ਸੀ ਪੂਰੇ ਭਾਰਤ ਲਈ, ਜਿਹੜਾ ਕਿ ਈਸਟ ਇੰਡੀਆ ਅਧੀਨ ਦੇ ਜਿਹੜਾ ਖੇਤਰ ਆਉਂਦਾ ਸੀ ਭਾਰਤ ਵਿੱਚ, ਉਹਦੇ ਲਈ ਕੀ ਸੀ? ਇੱਕ ਹੀ ਬਜਟ ਤਿਆਰ ਕਰਨ ਦਾ ਅਧਿਕਾਰ ਦਿੱਤਾ ਗਿਆ। ਹਾਂਜੀ, ਇਹ ਵੀ ਦੇਖੋ ਜਿਹੜਾ ਇਹ ਕਾਰਨ ਹੈ, ਇਹ ਵੀ ਕੀ ਸੀ? ਕੇਂਦਰੀਕਰਨ ਦੀ ਦਿਸ਼ਾ ਵੱਲ ਇਸ਼ਾਰਾ ਕਰਦਾ ਸੀ ਕਿ ਦੇਖੋ ਜਿਵੇਂ ਹੁਣ ਕਿ ਕੇਂਦਰ ਨੇ ਇੱਕ ਬਜਟ ਪਾਸ ਕੀਤਾ, ਉਹ ਕਿਹਦੇ ਲਈ ਕੀਤਾ ਸੀ? ਪੂਰੇ ਜਿਹੜਾ ਈਸਟ ਇੰਡੀਆ ਕੰਪਨੀ ਦੇ ਅਧੀਨ ਖੇਤਰ ਸੀਗਾ। ਇਸ ਲਈ ਉੱਪਰ ਆਪਾਂ ਪੜ੍ਹਿਆ ਸੀ ਕਿ ਕੇਂਦਰੀਕਰਨ ਦੀ ਦਿਸ਼ਾ ਵਿੱਚ ਕੀਤਾ ਗਿਆ ਇਹ ਪਹਿਲਾ ਕਦਮ ਸੀਗਾ। ਅੱਗੇ ਹੈ ਭਾਰਤੀ ਕਾਨੂੰਨਾਂ ਦਾ ਵਰਗੀਕਰਨ ਕੀਤਾ ਗਿਆ ਅਤੇ ਇਸ ਕਾਰਜ ਦੇ ਲਈ ਵਿਧੀ ਆਯੋਗ ਦਾ ਗਠਨ ਕੀਤਾ ਗਿਆ। ਲਾਰਡ ਮੈਕਾਲੇ ਦੀ ਅਧਿਕਸ਼ਤਾ ਵਿੱਚ ਪਹਿਲੇ ਵਿਧੀ ਆਯੋਗ ਦਾ ਗਠਨ ਕੀਤਾ ਗਿਆ। ਹਾਂਜੀ, ਸਭ ਤੋਂ ਇੰਪੋਰਟੈਂਟ ਕੁਐਸਚਨ ਇਹ ਹੀ ਆ PCS ਲਈ ਤੁਹਾਡੇ ਤੋਂ ਪੁੱਛਿਆ ਜਾਊਗਾ ਕਿ ਵਿਧੀ ਆਯੋਗ ਦਾ ਗਠਨ ਕਦੋਂ ਕੀਤਾ ਗਿਆ? ਤਾਂ ਕੀਤਾ ਗਿਆ ਸੀ 1833 ਦੇ ਚਾਰਟਰ ਐਕਟ ਦੇ ਅਕੋਰਡਿੰਗ ਕੀਤਾ ਗਿਆ ਸੀ। ਇਹਦਾ ਅਧਿਅਕਸ਼ ਪੁੱਛਿਆ ਜਾਊਗਾ ਤਾਂ ਇਹਦਾ ਅਧਿਅਕਸ਼ ਸੀਗਾ ਲਾਰਡ ਮੈਕਾਲੇ ਦਾ ਅਧਿਅਕਸ਼ ਬਣਿਆ ਸੀਗਾ। ਹੁਣ ਆਪਾਂ ਗੱਲ ਕਰੀਏ ਕਿ ਜਿਹੜਾ ਵਿਧੀ ਆਯੋਗ ਦਾ ਗਠਨ ਹੈ ਕੀਤਾ ਕਿਹਨੇ ਸੀਗਾ? ਇਹ ਕੀਤਾ ਸੀਗਾ ਭਾਰਤ ਦੇ ਗਵਰਨਰ ਜਨਰਲ ਨੇ। ਅਤੇ ਭਾਰਤ ਦੇ ਗਵਰਨਰ ਜਨਰਲ ਨੂੰ ਵਿਧੀ ਆਯੋਗ ਦਾ ਗਠਨ ਕਰਨ ਲਈ ਕਿਹਨੇ ਕਿਹਾ ਸੀਗਾ? ਉਹ ਕਿਹਾ ਸੀ ਬ੍ਰਿਟਿਸ਼ ਸੰਸਦ ਨੇ ਕਿਹਾ ਸੀਗਾ। ਹੁਣ ਆਪਾਂ ਅੱਗੇ ਦੇਖਦੇ ਹਾਂ। ਭਾਰਤ ਵਿੱਚ ਦਾਸ ਪ੍ਰਥਾ ਨੂੰ ਗੈਰ ਕਾਨੂੰਨੀ ਘੋਸ਼ਿਤ ਕੀਤਾ ਗਿਆ ਅਤੇ ਗਵਰਨਰ ਜਨਰਲ ਨੂੰ ਨਿਰਦੇਸ਼ ਦਿੱਤਾ ਗਿਆ ਕਿ ਭਾਰਤ ਵਿੱਚ ਦਾਸ ਪ੍ਰਥਾ ਨੂੰ ਸਮਾਪਤ ਕਰਨ ਲਈ ਜ਼ਰੂਰੀ ਕਦਮ ਉਠਾਏ ਜਾਣ। ਹਾਂਜੀ, ਭਾਰਤ ਵਿੱਚ ਜਿਹੜੀ ਦਾਸ ਪ੍ਰਥਾ ਨੂੰ ਕੀ ਸੀ? ਇਸ ਐਕਟ ਦੇ ਅਕੋਰਡਿੰਗ ਬੰਦ ਕੀਤਾ ਗਿਆ ਸੀ। ਅਤੇ ਦਾਸ ਪ੍ਰਥਾ ਨੂੰ ਕਦੋਂ ਬੈਨ ਕੀਤਾ ਗਿਆ ਸੀ? 1843 ਵਿੱਚ। 1843 ਵਿੱਚ ਕੀ ਸੀ? ਦਾਸ ਪ੍ਰਥਾ ਨੂੰ ਬੰਦ ਕੀਤਾ ਗਿਆ ਸੀਗਾ। ਜੇ ਆਪਾਂ ਸਤੀ ਪ੍ਰਥਾ ਦੀ ਸਤੀ ਪ੍ਰਥਾ ਦੀ ਗੱਲ ਕਰੀਏ ਤਾਂ ਜਿਹੜੀ ਸਤੀ ਪ੍ਰਥਾ ਉਹ 1829 ਵਿੱਚ ਬੈਨ ਕੀਤੀ ਗਈ ਸੀਗੀ। ਠੀਕ ਹੈ, ਇਹ ਜਿਹੜੀ ਇਹਨਾਂ ਨੂੰ ਸਜ਼ਾ ਸੀ, ਜਦੋਂ ਕਿ ਕਹਿ ਦਈਏ ਇਹਨਾਂ ਨਾਲ ਲਾਗੂ ਨਹੀਂ ਕਰਦਾ ਸੀ, ਤਾਂ ਜਿਹੜੇ ਲਾਰਡ ਮੈਕਾਲੇ ਨੇ ਜਿਹੜੇ ਕਾਨੂੰਨ ਬਣਾਏ ਸੀ, ਠੀਕ ਹੈ, ਉਹਨਾਂ ਦੇ ਅਕੋਰਡਿੰਗ ਇਹਨਾਂ ਨੂੰ ਕੀ ਸੀ? ਸਜ਼ਾ ਦਿੱਤੀ ਜਾਂਦੀ ਸੀ। ਅੱਗੇ ਹੈ ਭਾਰਤ ਵਿੱਚ ਬ੍ਰਿਟਿਸ਼ ਰਾਜ ਦੇ ਦੌਰਾਨ ਸੰਵਿਧਾਨ ਨਿਰਮਾਣ ਦੇ ਪਹਿਲੇ ਸੰਕੇਤ ਇਸ ਐਕਟ ਵਿੱਚ ਮਿਲਦੇ ਹਨ। ਹਾਂਜੀ, ਜਿਵੇਂ ਦੇਖੀਏ ਆਪਾਂ ਕਿ ਜਿਹੜੇ ਲਾਰਡ ਮੈਕਾਲੇ ਦੀ ਜਿਵੇਂ ਸਮਿਤੀ ਬਣਾਈ ਸੀਗੀ, ਠੀਕ ਹੈ, ਉਹਦੇ ਅੰਡਰ ਜਿਵੇਂ ਕਾਨੂੰਨ ਬਣਾਏ ਗਏ ਸੀਗੇ, ਉਹੀ ਆਪਾਂ ਕਾਨੂੰਨ ਦੇਖਦੇ ਹਾਂ ਆਪਣੇ ਅੱਜ ਦੇ ਸੰਵਿਧਾਨ ਵਿੱਚ ਹੀ ਹੈ ਕਿ ਜਦੋਂ ਕਿ ਕੋਈ ਕਾਨੂੰਨ ਤੋੜਦਾ ਤਾਂ ਉਹਨੂੰ ਸਜ਼ਾ ਦਿੱਤੀਆਂ ਜਾਂਦੀਆਂ। ਉਸ ਦੇ ਅਕੋਰਡਿੰਗ ਹੀ ਜਿਵੇਂ ਮੈਕਾਲੇ ਨੇ ਕਾਨੂੰਨ ਬਣਾਏ ਸੀ ਕਿ ਜਿਹੜੇ ਉਹਦੇ ਸੰਕੇਤ ਆ ਉਹ ਕੀ ਆ? ਆਪਣੇ ਸੰਵਿਧਾਨ ਵਿੱਚ ਮਿਲਦੇ ਹਨ। ਠੀਕ ਹੈ, ਜਿਹੜੇ 1833 ਦੇ ਐਕਟ ਦੇ ਵਿੱਚ ਲਾਰਡ ਮੈਕਾਲੇ ਦੀ ਸਮਿਤੀ ਸੀਗੀ, ਉਹਨੇ ਜਿਹੜੇ ਕਾਨੂੰਨ ਬਣਾਏ ਸੀ ਉਹ ਆਪਣੇ ਅੱਜ ਦੇ ਸੰਵਿਧਾਨ ਵਿੱਚ ਵੀ ਦੇਖਣ ਨੂੰ ਮਿਲਦੇ ਹਨ, ਪਰ ਉਹਦਾ ਥੋੜ੍ਹਾ ਬਹੁਤ ਚੇਂਜਿੰਗ ਹੋਇਆ। ਪਰ ਜੇ ਆਪਾਂ ਕਹਿ ਦਈਏ ਕਿ ਜਿਹੜੇ ਦੇ ਲਏ ਕਿੱਥੋਂ ਗਏ ਆ, ਤਾਂ ਇੱਥੋਂ ਹੀ ਲਏ ਗਏ, ਇਹਦੇ ਸੰਕੇਤ ਜਿਹੜੇ ਆਪਾਂ ਨੂੰ ਇੱਥੋਂ ਹੀ ਮਿਲਦੇ ਆ। ਹਾਂਜੀ, ਉਮੀਦ ਕਰਦਾ ਤੁਹਾਨੂੰ ਇਹ ਸਮਝ ਆਇਆ ਹੋਊਗਾ। ਹਾਂਜੀ, ਜੇ ਤੁਹਾਨੂੰ ਅੱਜ ਦੀ ਕਲਾਸ ਮੇਰੀ ਵਧੀਆ ਲੱਗੀ ਤਾਂ ਇਸ ਨੂੰ ਲਾਈਕ ਕਰੋ, ਸ਼ੇਅਰ ਕਰੋ ਅਤੇ ਇਸ ਤਰੀਕੇ ਦੀਆਂ ਹੋਰ ਵੀਡੀਓ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ। ਮਿਲਦੇ ਹਾਂ ਨੈਕਸਟ ਵੀਡੀਓ 'ਚ। ਥੈਂਕ ਯੂ।